It's your body, holy baba. सब तेरी रहमत तेरी बख्शिश ते तेरी ही किरपा। ਤੇ ਮੇਰੀ ਜੋ ਕਿਰਤ ਹੈ, ਮੇਰਾ ਜੋ ਕਿੱਤਾ ਹੈ, ਮੈਂ ਇੱਕ ਰਿਕਸ਼ਾ ਚਾਲਕ ਹਾਂ, ਰਿਕਸ਼ਾ ਚਲਾਉਂਦਾ। ਦਸਵੰਧ ਕੱਢ ਕੇ ਜੋ ਸਾਡਾ ਸੇਵਾ ਦਾ ਕਨਸੈਪਟ ਹੈ, ਸੇਵਾ ਜਿਹੜੀ ਹੈ ਲੋੜਵੰਦਾਂ ਦੀ ਹੁੰਦੀ ਹੈ। ਰਕਸ਼ੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੰਨੇ ਕੁ ਅਸੀਂ ਪੈਸੇ ਕਮਾ ਸਕਦੇ ਹਾਂ, ਆਪਣੀ ਮਿਹਨਤ ਨਾਲ ਕਮਾ ਸਕਦੇ ਹਾਂ, ਤੇ ਕਿਸ ਤਰ੍ਹਾਂ ਫਿਰ ਘਰ ਦਾ ਗੁਜ਼ਾਰਾ ਔਰ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਦੇ ਤੁਸੀਂ? ਸੱਚੇ ਪਿਤਾ ਹਾਜ਼ਰ ਸਤਿਗੁਰੂ ਗੁਰੂ ਨਾਨਕ ਮਹਾਰਾਜ, ਤੇਰਾ ਲੱਖ ਲੱਖ ਸ਼ੁਕਰ। ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਐਕਸਪੀਰੀਅੰਸ ਹੁੰਦਾ ਹੈ ਉਹ ਮੈਂ ਆਪਣਾ ਇੱਕ ਕਲਮਬੰਦ ਕਰਦਾ ਹਾਂ। ਹੁਣ ਦਸਵੰਧ ਭੇਟਾਂ ਦੇ ਵਿੱਚੋਂ ਕਈ ਲੋੜਵੰਦ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਏ ਨੇ, ਬਹੁਤ ਸਾਰੇ ਇਹੋ ਜਿਹੇ ਲੋੜਵੰਦ ਸੀ। ਬੋਲੀ ਹੋਲੀ ਬਾਬਾ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ, ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਫਿਰ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਜੀ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ, ਔਰ ਅੱਜ ਅਸੀਂ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਆਪਣੇ ਮਿਹਨਤ ਦੇ ਨਾਲ ਜਿਹੜਾ ਹੈਗਾ ਕਿ ਆਪਣਾ ਨਾਮ ਕਮਾਇਆ ਹੈ। ਚਾਹੇ ਪੇਸ਼ੇ ਤੋਂ ਉਹ ਇੱਕ ਰਕਸ਼ਾ ਚਾਲਕ ਨੇ, ਲੇਕਿਨ ਲੋਕਾਂ ਦੀ ਲੋੜਵੰਦਾਂ ਦੀ ਉਹ ਜਿਹੜੀ ਸੇਵਾ ਕਰਨਾ ਆਪਣਾ ਫਰਜ਼ ਹੀ ਨਹੀਂ, ਧਰਮ ਵੀ ਸਮਝਦੇ ਨੇ। ਅਤੇ ਉਹਦੇ ਨਾਲ ਜਿਹੜਾ ਹੈਗਾ ਕਿ ਬਹੁਤ ਵਧੀਆ ਇੱਕ ਲੇਖਕ ਵੀ ਨੇ, ਔਰ ਇਹਨਾਂ ਦੀਆਂ ਬਹੁਤ ਸਾਰੀਆਂ ਬੁੱਕ ਜਿਹੜੀਆਂ ਹੈਗੀਆਂ ਉਹ ਆ ਚੁੱਕੀਆਂ ਨੇ, ਔਰ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਇਹਨਾਂ ਦੇ ਆਰਟੀਕਲ ਵੀ ਛਪਦੇ ਨੇ। ਅਤੇ ਆਓ ਰਾਜਵੀਰ ਸਿੰਘ ਜੀ ਨਾਲ ਗੱਲ ਕਰਦੇ ਹਾਂ, ਜੋ ਕਿ ਇੱਕ ਰਕਸ਼ਾ ਚਾਲਕ ਨੇ, ਅਤੇ ਕੀ ਕਹਿਣਾ ਹੈ ਉਹਨਾਂ ਦਾ ਇਸ ਬਾਰੇ ਦੇ ਵਿੱਚ। ਰਾਜਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਾਜਵੀਰ ਜੀ ਸਭ ਤੋਂ ਪਹਿਲੇ ਤਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਜੀ। ਹਾਂਜੀ, ਮੇਰਾ ਨਾਮ ਰਾਜਵੀਰ ਸਿੰਘ ਹੈ ਔਰ ਮੈਂ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਪਾਵਨ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਵਿੱਚ ਰਹਿ ਰਿਹਾ ਹਾਂ। ਅਤੇ ਮੇਰੀ ਜੋ ਕਿਰਤ ਹੈ, ਮੇਰਾ ਜੋ ਕਿੱਤਾ ਹੈ, ਮੈਂ ਇੱਕ ਰਿਕਸ਼ਾ ਚਾਲਕ ਹਾਂ, ਰਿਕਸ਼ਾ ਚਲਾਉਂਦਾ। ਉਸ ਦੇ ਨਾਲ ਆਪਣੇ ਪਰਿਵਾਰ ਦਾ ਆਪਣਾ ਜੋ ਗ੍ਰਸਤੀ ਧਰਮ ਹੈ ਉਹ ਨਿਭਾਉਂਦਾ ਹਾਂ। ਅਤੇ ਉਸ ਦੇ ਵਿੱਚੋਂ ਮਤਲਬ ਦਸਵੰਧ ਕੱਢ ਕੇ ਜੋ ਸਾਡਾ ਸੇਵਾ ਦਾ ਕਨਸੈਪਟ ਹੈ, ਸੇਵਾ ਜਿਹੜੀ ਹੈ ਲੋੜਵੰਦਾਂ ਦੀ ਹੁੰਦੀ ਹੈ, ਇਹੀ ਮੇਰਾ ਕਾਰਜ ਹੈ। ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਦਾ, ਜਿਹੜਾ ਹਰ ਰੋਜ਼ ਨਵਾਂ ਦਿਨ ਦਿੰਦਾ, ਨਵੀਂ ਉਮੀਦ ਦਿੰਦਾ ਅਤੇ ਨਵਾਂ ਜੀਵਨ ਦਿੰਦਾ ਹੈ। ਉਸ ਤੋਂ ਬਾਅਦ ਜੋ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਅਤੇ ਆਪਣਾ ਜੋ ਰੋਜ਼ ਦਾ ਨਿਤਨੇਮ ਹੈ ਉਹ ਕਰਕੇ ਆਪਣਾ ਫਿਰ ਮੈਂ ਘਰੋਂ ਕੰਮ ਵਾਸਤੇ ਸ਼ਹਿਰ ਨੂੰ ਜਾਂਦਾ ਹਾਂ। ਅਤੇ ਉੱਥੇ ਮੇਰਾ ਬੜੇ ਤਰ੍ਹਾਂ ਦੇ ਲੋਕਾਂ ਦੇ ਨਾਲ ਜੋ ਰਾਬਤਾ ਹੁੰਦਾ ਹੈ, ਵਾਹ ਪੈਂਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਨੇ ਅਤੇ ਉਹਨਾਂ ਦੇ ਵਿੱਚੋਂ ਜਿਹੜਾ ਐਕਸਪੀਰੀਅੰਸ ਹੁੰਦਾ ਹੈ ਉਹ ਮੈਂ ਆਪਣਾ ਇੱਕ ਕਲਮਬੰਦ ਕਰਦਾ ਹਾਂ। ਕਿਸ ਤਰ੍ਹਾਂ ਦੀ ਤੁਸੀਂ ਸੇਵਾ ਕਰਦੇ ਜੇ, ਔਰ ਜਿਸ ਤਰ੍ਹਾਂ ਕਿ ਤੁਹਾਡੇ ਰਕਸ਼ੇ 'ਤੇ ਕੁਛ ਪਿੱਛੇ ਇਸ ਤਰ੍ਹਾਂ ਦਾ ਸਲੋਗਨ ਵੀ ਲਿਖਿਆ ਹੈ ਕਿ ਜਿਹੜੇ ਲੋੜਵੰਦ ਦੀ ਮਦਦ ਜਿਹੜੀ ਆ ਹੋ ਸਕਦੀ ਹੈ, ਕੀ ਕੁਛ ਹੈਗਾ? ਹਾਂਜੀ, ਜਿਹੜਾ ਵੇਖੋ ਵੀਰ ਜੀ, ਸੇਵਾ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਉਪਦੇਸ਼ ਹੈ ਸਾਨੂੰ ਸਾਰਿਆਂ ਨੂੰ, ਉਹਦੇ ਅਨੁਸਾਰ ਕੋਸ਼ਿਸ਼ ਕਰੀਦੀ ਕਿ ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਦੀ, ਜੀਵਨ ਦੇ ਵਿੱਚ ਢਾਲਣ ਦੀ। ਅਤੇ ਜਿਸ ਤਰ੍ਹਾਂ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਸਿਧਾਂਤ ਦਿੱਤਾ ਹੈ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਕਿਰਤ ਆਪਾਂ ਕਰ ਰਹੇ ਹਾਂ, ਕਿਰਤ ਕਰਦਿਆਂ ਕਰਤਾਰ ਨੂੰ ਚੇਤੇ ਰੱਖਣਾ ਹੈ, ਅਤੇ ਵੰਡ ਕੇ ਛਕਣਾ ਜਿਹੜਾ ਹੁਣ ਜਿੰਨੀ ਮੇਰੀ ਦਿਹਾੜੀ ਬਣਦੀ ਉਹਦੇ ਵਿੱਚੋਂ ਮੈਂ ਜਿੰਨਾ 10ਵਾਂ ਹਿੱਸਾ ਹੁੰਦਾ ਹੈ ਉਹ ਗੁਰੂ ਪਿਤਾ ਜੀ ਦੇ ਨਾਮ ਦਾ ਉਹ ਕੱਢਦਾ ਹਾਂ, ਅਤੇ ਉਹਦੇ ਨਾਲ ਜਿਹੜੇ ਲੋੜਵੰਦ ਨੇ ਉਹਨਾਂ ਦੀ ਸੇਵਾ ਕਰਦਾ। ਤੁਸੀਂ ਗੱਲ ਕੀਤੀ ਹੈ ਕਿਰਤ ਕਰੋ ਦੀ, ਔਰ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਕਿ ਜਿਹੜੀ ਬਿਨ ਭਾਗਾਂ ਸੰਗਤ ਨਾ ਲੱਭੇ, ਇਹ ਕਥਨ ਜਿਹੜੇ ਹੈਗੇ ਆ ਤੁਹਾਡੇ ਤੋਂ ਟੁੱਕਦੇ ਵੀ ਆ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਦੀ, ਜਿਸ ਤਰ੍ਹਾਂ ਤੁਸੀਂ ਸੰਗਤ ਦੀ ਸੇਵਾ ਕਰਦੇ ਜੇ, ਕਿਸ ਤਰ੍ਹਾਂ ਕਰਦੇ ਜੇ, ਕਿਸ ਤਰ੍ਹਾਂ ਦੀ ਸੰਗਤ ਤੁਹਾਡੇ ਨਾਲ ਜੁੜੀ ਹੈ ਜੀ? ਹਾਂਜੀ, ਸਭ ਤੋਂ ਪਹਿਲਾਂ ਵੇਖੋ ਵੀਰ ਜੀ, ਜਿਸ ਤਰ੍ਹਾਂ ਮੈਂ ਰਿਕਸ਼ਾ ਚਲਾਉਣਾ, ਕਈ ਜਿਸ ਤਰ੍ਹਾਂ ਮੈਨੂੰ ਕੋਈ ਲੋੜਵੰਦ ਕੋਈ ਸਵਾਰੀ ਮਿਲ ਜਾਂਦੀ ਹੈ ਅਤੇ ਉਹਦੇ ਕੋਲੋਂ ਜੇ ਉਹ ਮਤਲਬ ਗਰੀਬ ਹੈ ਤਾਂ ਉਹਦੇ ਕੋਲੋਂ ਮੈਂ ਘੱਟ ਪੈਸਿਆਂ 'ਚ ਉਹਨੂੰ ਛੱਡ ਆਉਂਦੇ ਹਾਂ। ਕੋਈ ਇਹੋ ਜਿਹੀ ਸਵਾਰੀ ਹੁੰਦੀ ਜਿਹਦੇ ਕੋਲ ਆਪਾਂ ਪੈਸੇ ਲੈਂਦੇ ਵੀ ਨਹੀਂ ਹਾਂ, ਅਤੇ ਕੁਝ ਐਸੇ ਹਨ ਜਿਹਦੇ ਨਾਲ ਕਿਸੇ ਦੀ ਔਨ ਦਾ ਸਪੋਰਟ ਹੈਲਪ ਹੋ ਜਾਂਦੀ ਹੈ। ਸੇਵਾ ਕਿਸੇ ਵੀ ਰੂਪ ਵਿੱਚ ਹੋ ਸਕਦੀ ਆ, ਸੇਵਾ ਪੈਸੇ ਨਾਲ ਨਹੀਂ ਇਕੱਲੀ ਹੁੰਦੀ, ਹੋਰ ਵੀ ਤਰ੍ਹਾਂ ਕਈ ਤਰੀਕੇ ਨੇ ਸੇਵਾ ਕਰਨ ਦੇ, ਪਰ ਜਿੱਥੇ ਪੈਸੇ ਦੀ ਲੋੜ ਪੈਂਦੀ ਉੱਥੇ ਪੈਸੇ ਦੇ ਕੰਮ ਆਉਂਦੇ। ਹੁਣ ਦਸਵੰਧ ਭੇਟਾਂ ਦੇ ਵਿੱਚੋਂ ਕਈ ਲੋੜਵੰਦ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਏ ਨੇ, ਬਹੁਤ ਸਾਰੇ ਇਹੋ ਜਿਹੇ ਲੋੜਵੰਦ ਸੀ। ਕਈਆਂ ਘਰਾਂ ਦੇ ਵਿਧਵਾ ਬੀਬੀਆਂ ਨੇ ਜਿਨ੍ਹਾਂ ਦੇ ਘਰ ਹਰ ਮਹੀਨੇ ਰਾਸ਼ਨ ਜਾਂਦਾ ਹੈ। ਕਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਸਿਰਾਂ 'ਤੇ
ਪਿਤਾ ਦਾ ਸਾਇਆ ਨਹੀਂ ਹੈ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਹੁੰਦੀ ਹੈ। ਸੋ ਇਹ ਅਜਿਹੇ ਕਾਰਜ ਨੇ ਜੋ ਗੁਰਮਤ ਅਨੁਸਾਰ, ਜੋ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਅਨੁਸਾਰ ਜਿਹੜੇ ਨੇ ਉਹ ਹੁੰਦੇ ਨੇ। ਆਪਾਂ ਰਕਸ਼ਾ ਚਲਾਉਂਦੇ ਹਾਂ ਜੀ, ਔਰ ਰਕਸ਼ੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੰਨੇ ਕੁ ਅਸੀਂ ਪੈਸੇ ਕਮਾ ਸਕਦੇ ਹਾਂ ਆਪਣੀ ਮਿਹਨਤ ਨਾਲ ਕਮਾ ਸਕਦੇ ਹਾਂ, ਅਤੇ ਕਿਸ ਤਰ੍ਹਾਂ ਫਿਰ ਘਰ ਦਾ ਗੁਜ਼ਾਰਾ ਔਰ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਦੇ ਤੁਸੀਂ? ਹਾਂਜੀ, ਵੇਖੋ ਜੀ, ਘਰ ਦਾ ਗੁਜ਼ਾਰਾ ਬਹੁਤ ਵਧੀਆ ਹੁੰਦਾ। ਸਾਡੀ ਸਿੰਪਲ ਲਾਈਫ ਹੈ, ਸਿੰਪਲ ਖਾਣਾ, ਸਿੰਪਲ ਪਾਉਣਾ, ਅਤੇ ਕੋਈ ਫਾਲਤੂ ਖਰਚਾ ਨਹੀਂ ਕਰਦੇ। ਜੋ ਹੈ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ, ਕਿਉਂਕਿ ਜਿਹੜਾ ਸਿਦਕ ਹੈ ਨਾ, ਸਭ ਤੋਂ ਵੱਡੀ ਗੱਲ ਹੈ ਸਿਦਕ ਦੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਸਬਰ ਸੰਤੋਖ ਹੈ, ਉਹ ਤੋਂ ਵੱਡੀ ਕੋਈ ਚੀਜ਼ ਨਹੀਂ। ਬਿਨਾਂ ਸੰਤੋਖ ਨਹੀਂ ਕੋਈ ਰਾਜੇ। ਜੇ ਸੰਤੋਖ ਹੈ ਤਾਂ 300 ਰੁਪਏ ਦਿਹਾੜੀ ਦੇ ਵਿੱਚ ਵੀ ਸਬਰ ਹੋ ਜਾਊਗਾ। ਜੇ ਸੰਤੋਖ ਨਹੀਂ ਤਾਂ ਭਾਵੇਂ ਹਜ਼ਾਰਾਂ ਰੁਪਏ ਕਮਾ ਲਓ ਤਾਂ ਵੀ ਨਹੀਂ ਆਵੇਗਾ। ਇਸ ਕਰਕੇ ਸੰਤੋਖ ਬੜਾ ਜ਼ਰੂਰੀ ਹੈ, ਜਿਹਦੇ ਨਾਲ ਬੰਦਾ ਆਪਣੇ ਆਪ ਨੂੰ, ਮਤਲਬ ਆਪਣੇ ਮਨ ਦੇ ਨਾਲ ਸਮਝੌਤਾ ਕਰਕੇ ਆਪਣੇ ਆਪ ਨੂੰ ਬੰਨ੍ਹ ਕੇ ਰੱਖਦਾ ਹੈ। ਅਤੇ ਉਹ ਬੜੀ ਚੀਜ਼ ਜਿਹੜੀ ਆ ਉਹ ਸਾਨੂੰ ਸਾਦਗੀ ਸਿਖਾਉਂਦੀ ਹੈ। ਉਹਦੇ 'ਚ ਆਪਾਂ ਜਿੰਨੇ 'ਚ ਆਪਾਂ ਗੁਜ਼ਾਰਾ ਕਰ ਸਕਦੇ ਹੁੰਦਾ ਹੈ, ਵਧੀਆ ਹੁੰਦਾ ਹੈ। ਰਾਜਵੀਰ ਜੀ, ਨੋਰਮਲ ਅਸੀਂ ਅਗਰ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਸਮਾਜ ਦੇ ਵਿੱਚ ਜਦੋਂ ਲੋਕ ਜਿਹੜਾ ਜਿਸ ਤਰੀਕੇ ਨਾਲ ਵਿਚਰਦਾ ਉਸ ਤਰੀਕੇ ਨਾਲ ਉਸ ਨੂੰ ਜਿਹੜਾ ਹੈਗਾ ਸੰਬੋਧਿਤ ਕੀਤਾ ਜਾਂਦਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਰਕਸ਼ੇ ਵਾਲੇ ਨੂੰ ਕਿਹਾ ਜਾਂਦਾ ਹੈ ਉਹ ਰਕਸ਼ਾ ਇੱਧਰ ਆ। ਕੀ ਇਸ ਤਰ੍ਹਾਂ ਦੀ ਵੀ ਕੋਈ ਕਦੀ ਤੁਹਾਨੂੰ ਹੋਇਆ ਹੋਵੇ ਕਿ ਉਸ ਤੋਂ ਬਾਅਦ ਜਦੋਂ ਤੁਹਾਨੂੰ ਮਿਲਦੇ ਆ, ਤੁਹਾਡੇ ਨਾਲ ਗੱਲਬਾਤ ਕਰਦੇ ਆ, ਤਾਂ ਉਹਨਾਂ ਦੇ ਵਿੱਚ ਕੋਈ ਪਰਿਵਰਤਨ ਆਇਆ ਹੋਵੇ? ਯੈਸ, ਹਾਂਜੀ। ਉਹ ਵੀਰ ਜੀ ਵੇਖੋ ਇਸ ਤਰ੍ਹਾਂ ਕਿ ਵੇਖੋ ਜਿਹੜਾ ਗਰੀਬ ਮਜ਼ਦੂਰ ਆਦਮੀ ਨਾ, ਸਾਡਾ ਸਮਾਜ ਦਾ ਇੱਕ ਬੜਾ ਕੌੜਾ ਸੱਚ ਹੈ ਕਿ ਸਮਾਜ ਦੇ ਵਿੱਚ ਗਰੀਬ ਮਜ਼ਦੂਰ ਨੂੰ ਇੱਜ਼ਤ ਨਹੀਂ ਦਿੱਤੀ ਜਾਂਦੀ, ਉਹਨੂੰ ਰਿਸਪੈਕਟ ਨਾਲ ਨਹੀਂ ਵੇਖਿਆ ਜਾਂਦਾ। ਜਦ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਕੰਮ ਤਾਂ ਕੰਮ ਹੈ। ਵੇਖੋ ਜੇ ਇੱਕ ਇਮਾਨਦਾਰੀ ਨਾਲ ਕੋਈ ਟੋਕਰੀ ਢੋ ਰਿਹਾ ਤਾਂ ਉਹ ਇਮਾਨਦਾਰ ਹੈ, ਪਰ ਜੇ ਕੁਰਸੀ 'ਤੇ ਬੈਠ ਕੇ ਉਹ ਰਿਸ਼ਵਤ ਲਈ ਜਾਂਦਾ, ਹੇਰਾਫੇਰੀ ਕਰ ਰਿਹਾ, ਠੱਗੀ ਮਾਰ ਰਿਹਾ, ਤਾਂ ਉਹ ਮਾੜਾ ਹੈ। ਪਰ ਸਮਾਜ ਦਾ ਕੀ ਅਕਸ ਹੈ? ਸਮਾਜ ਨੇ ਕੁਰਸੀ ਵਾਲੇ ਨੂੰ ਇੱਜ਼ਤ ਦੇਣੀ, ਭਾਵੇਂ ਭ੍ਰਿਸ਼ਟ ਹੋਵੇ, ਭਾਵੇਂ ਰਿਸ਼ਵਤਖੋਰ ਹੋਵੇ, ਭਾਵੇਂ ਬੇਈਮਾਨ ਹੋਵੇ। ਪਰ ਜੋ ਕੋਈ ਮਿਹਨਤ ਕਰ ਰਿਹਾ, ਸਖਤ ਹੱਡ ਭੰਨਵੀਂ ਮਿਹਨਤ ਕਰ ਰਿਹਾ, ਉਹਨੂੰ ਉਹ ਸਮਾਜ ਸਾਡਾ ਰਿਸਪੈਕਟ ਨਹੀਂ ਦਿੰਦਾ। ਹਾਂ, ਇਹਦੇ ਵਿੱਚ ਮੈਂ ਇੱਕ ਜ਼ਿਕਰ ਇਹ ਕਰਨਾ ਚਾਹਾਂਗਾ ਕਿ ਵੇਖੋ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ ਕਿਸ ਤਰ੍ਹਾਂ ਬੋਲਦੇ ਨੇ ਲੋਕ, ਇਹ ਜਿਹੜੀ ਸਮਾਜ ਦੇ ਵਿੱਚ ਸਾਡੇ ਵਿਚਾਰਧਾਰਾ ਬਣੀ ਕਿ ਗਰੀਬ ਮਜ਼ਦੂਰ ਨੂੰ ਚੰਗਾ ਨਹੀਂ ਬੋਲਦੇ ਨਾ, ਖਾਸ ਕਰ ਜਿਸ ਤਰ੍ਹਾਂ ਆਪਾਂ ਰਿਕਸ਼ਾ ਚਲਾਉਂਦੇ ਹਾਂ। ਹੁਣ ਰਿਕਸ਼ੇ ਵਾਲੇ ਨੂੰ ਆਵਾਜ਼ ਦਿੰਦੇ, ਉਹ ਰਕਸ਼ਾ ਇੱਧਰ ਕਰ ਜਾਂ ਰੁਕੀ ਜਰਾ ਨਾ। ਇਸੇ ਤਰ੍ਹਾਂ ਹੀ ਇੱਕ ਵਾਰੀ ਮੈਂ ਇੱਥੇ ਇੱਕ ਆਪਣੇ ਸਾਰੇ ਪਾਠਕਾਂ ਨੂੰ, ਦਰਸ਼ਕਾਂ ਨੂੰ ਵੀ ਇੱਕ ਜ਼ਿਕਰ ਕਰਨਾ ਚਾਹਾਂਗਾ। ਇੱਕ ਵਾਰ ਮੈਂ ਲਾਰੈਂਸਫੋਰਡ 'ਤੇ ਸਵਾਰੀ ਛੱਡਣ ਜਾ ਰਿਹਾ ਸਾਂ। ਉੱਥੋਂ ਜਦੋਂ ਸਵਾਰੀ ਛੱਡ ਕੇ ਵਾਪਸ ਆ ਰਿਹਾ ਸਾਂ ਤਾਂ ਉੱਥੇ ਇੱਕ ਬਾਊ ਜੀ ਖੜ੍ਹੇ ਸਨ। ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ, ਉਹ ਰਕਸ਼ਾ ਰੁਕੀ ਜਰਾ। ਮੈਂ ਉਹਨਾਂ ਦੇ ਲਾਗੇ ਰਿਕਸ਼ਾ ਰੋਕ ਕੇ ਮੈਂ ਉਹਨੂੰ ਕਿਹਾ, ਹਾਂਜੀ ਬਾਊ ਜੀ ਕਿੱਥੇ ਜਾਣਾ ਜੇ? ਤਾਂ ਉਹ ਕਹਿੰਦੇ ਮੈਂ ਕੋਟ ਰੋਡ 'ਤੇ ਜਾਣਾ ਹੈ। ਕਿੰਨੇ ਪੈਸੇ ਲਏਗਾ? ਮੈਂ ਉਹਨੂੰ ਆਖਿਆ 20 ਰੁਪਏ ਲਵਾਂਗਾ। ਉਹ ਕਹਿੰਦੇ 15 ਦੇਣੇ। ਮੈਂ ਕਿਹਾ ਚਲੋ ਕੋਈ ਨਹੀਂ, ਕਿਉਂਕਿ ਸਾਡੇ ਸਮਾਜ 'ਚ ਇਹ ਵੀ ਇੱਕ ਬੜਾ ਵੱਧਾ ਵੀ ਉਹ ਘਾਟਾ ਵਾਧਾ ਬੜਾ ਕਰਦੇ ਨੇ, ਬਾਰਗੈਨਿੰਗ ਕਰਦੇ ਨੇ। ਜਿੱਤੇ ਉਹਨੂੰ ਮੈਂ ਬਿਠਾ ਲਿਆ 15 ਰੁਪਏ ਦੇ ਵਿੱਚ ਹੀ। ਜਦੋਂ ਥੋੜ੍ਹਾ ਜਿਹਾ ਰਿਕਸ਼ਾ ਚਲਾ ਕੇ ਮੈਂ ਅੱਗੇ ਗਿਆ ਤਾਂ ਉਹਨਾਂ ਨੂੰ ਮੈਂ ਕਿਹਾ, ਬਾਊ ਜੀ ਕਿ ਤੁਹਾਨੂੰ ਗੱਲ ਕਰਨੀ ਤੁਹਾਡੇ ਨਾਲ ਕਰਾਂ? ਕਹਿੰਦੇ ਹਾਂ ਕਰੋ। ਮੈਂ ਕਿਹਾ ਜਦੋਂ ਤੁਸੀਂ ਮੈਨੂੰ ਆਵਾਜ਼ ਦਿੱਤੀ ਕਿਸ ਤਰ੍ਹਾਂ ਆਵਾਜ਼ ਦਿੱਤੀ ਸੀ? ਉਹਨਾਂ ਦਾ ਇੱਕਦਮ ਮੱਥਾ ਠਣਕਿਆ ਵੀ ਇਹ ਕਿਹੜਾ ਹੋਇਆ ਸਵਾਲ ਕਰ ਦਿੱਤਾ। ਉਹ ਕਹਿੰਦੇ ਤੁਸੀਂ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਇਸ ਤਰ੍ਹਾਂ ਆਵਾਜ਼ ਦਿੱਤੀ ਕਿ ਉਹ ਰਕਸ਼ਾ, ਤੇ ਪਰ ਮੈਂ ਆਖਿਆ ਤੁਹਾਨੂੰ ਮੈਂ ਕਿਸ ਤਰ੍ਹਾਂ ਅੱਗੋਂ ਬੁਲਾਇਆ ਸੀ? ਉਹ ਕਹਿੰਦੇ ਤੁਸੀਂ ਆਖਿਆ ਸੀ ਬਾਊ ਜੀ। ਮੈਂ ਕਿਹਾ ਮੈਂ ਤੁਹਾਨੂੰ ਬਾਊ ਜੀ ਕਹਿ ਕੇ ਬੁਲਾਇਆ, ਤੁਸੀਂ ਮੈਨੂੰ ਉਹ ਰਿਕਸ਼ਾ ਕਹਿ ਕੇ ਬੁਲਾਇਆ। ਕਿ ਵੇਖੋ ਇਨਸਾਨ ਤਾਂ ਇਨਸਾਨ ਹੀ ਹੈ। ਕਿ ਤੁਸੀਂ ਇੱਕ ਮੈਂ ਰਿਕਸ਼ੇ 'ਤੇ ਖੜ੍ਹਾ ਹਾਂ, ਤੁਸੀਂ ਉੱਥੇ ਖੜ੍ਹੇ ਜੇ, ਤੁਸੀਂ ਵਧੀਆ ਕੱਪੜੇ ਪਾਏ, ਮੈਂ ਜਿਹੜਾ ਸਿੰਪਲ ਪਾਏ ਨੇ, ਅਤੇ ਇਹਦੇ 'ਚ ਕਿ ਇਨਸਾਨ ਤੇ ਇਨਸਾਨੀਅਤ ਨਹੀਂ ਨਾ ਘਟਦੀ। ਇਨਸਾਨ ਤਾਂ ਇਨਸਾਨ ਹੀ ਹੈ, ਅਤੇ ਮੈਂ ਛੋਟਾ ਕਿਵੇਂ ਹੋਇਆ ਅਤੇ ਤੁਸੀਂ ਕਿਵੇਂ ਵੱਡੇ ਹੋਏ ਨਾ। ਅਤੇ ਇਸ ਕਰਕੇ ਫਿਰ ਉਹਦੇ ਮਨ ਦੇ ਵਿੱਚ ਬੜੀ ਵਿਚਾਰ ਹੈ, ਕਹਿੰਦਾ ਨਹੀਂ ਆਈ ਐਮ ਸੌਰੀ, ਮੈਂ ਅੱਗੇ ਤੋਂ ਕਦੇ ਵੀ ਕਿਸੇ ਰਿਕਸ਼ੇ ਵਾਲੇ ਨੂੰ ਇਸ ਤਰ੍ਹਾਂ ਨਹੀਂ ਬੁਲਾਵਾਂਗਾ। ਔਰ ਇਸ ਚੀਜ਼ ਦਾ ਕਿਉਂਕਿ ਅਸਰ ਵੀ ਹੁੰਦਾ ਹੈ ਅੱਗੇ ਜਾ ਕੇ। ਰਾਜਵੀਰ ਜੀ, ਤੁਹਾਡੇ ਬਹੁਤ ਸਾਰੇ ਅਸੀਂ ਦੇਖਦੇ ਹਾਂ ਕਿ ਜਿਹੜੀ ਤੁਹਾਡੀ ਕਲਮ ਹੈ, ਕਲਮ ਵੀ ਇੱਕ ਸੱਚ ਬੋਲਦੀ ਹੈ। ਔਰ ਜੋ ਕੁਝ ਤੁਸੀਂ ਸਵਾਰੀਆਂ ਦੇ ਨਾਲ ਸਾਰਾ ਦਿਨ ਤੁਸੀਂ ਜੋ ਗੱਲਬਾਤ ਤੁਹਾਡੀ ਹੁੰਦੀ ਹੈ ਉਹ ਤੁਸੀਂ ਆਪਣੀ ਕਲਮ ਬੰਦ ਕਰਕੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਤੁਹਾਡੇ ਆਰਟੀਕਲ ਲੱਗਦੇ ਨੇ, ਔਰ ਕੁਝ ਬੁੱਕਸ ਵੀ ਜਿਹੜੀਆਂ ਹੈਗੀਆਂ ਉਹ ਤੁਸੀਂ ਲਿਖੀਆਂ ਨੇ। ਇਸ ਬਾਰੇ ਦੱਸੋ। ਹਾਂਜੀ, ਵੇਖੋ ਜੀ, ਜਿਸ ਤਰ੍ਹਾਂ ਮੇਰਾ ਕਿੱਤਾ ਹੈ ਰਿਕਸ਼ਾ ਚਲਾਉਣਾ। ਰਿਕਸ਼ਾ ਚਲਾਉਂਦਿਆਂ ਕਈ ਲੋਕਾਂ ਨਾਲ ਸਾਰਾ ਦਿਨ ਦੇ ਵਿੱਚ ਕਈ ਲੋਕਾਂ ਨਾਲ ਵਾਹ ਪੈਂਦਾ, ਕਈ ਤਰ੍ਹਾਂ ਦੀਆਂ ਸਵਾਰੀਆਂ ਬੈਠਦੀਆਂ ਨੇ, ਮਿਲਦੀਆਂ ਨੇ। ਔਰ ਉਹਨਾਂ ਦੇ ਵਿੱਚੋਂ ਕੁਝ ਇਹੋ ਜਿਹੀਆਂ ਸਵਾਰੀਆਂ ਹੁੰਦੀਆਂ ਨੇ ਜਿਹੜੀਆਂ ਭੁੱਲਦੀਆਂ ਨਹੀਂ, ਜੋ ਹਮੇਸ਼ਾ ਯਾਦ ਰਹਿੰਦੀਆਂ ਨੇ। ਉਹਨਾਂ ਵਿੱਚ ਕੋਈ ਚੰਗੀਆਂ ਵੀ ਹੁੰਦੀਆਂ, ਕੋਈ ਮਾੜੀਆਂ ਵੀ ਹੁੰਦੀਆਂ ਨੇ। ਅਤੇ ਉਹਨਾਂ ਦੇ ਨਾਲ ਹੋਈ ਗੱਲਬਾਤ, ਉਹਨਾਂ ਦੇ ਨਾਲ ਸਵਾਰੀਆਂ ਦੇ ਨਾਲ ਹੋਈ ਜਿਹੜੀ ਸਾਰੀ ਗੱਲਬਾਤ ਉਹ ਮੈਂ ਲਿਖ ਲੈਂਦਾ ਹਾਂ। ਜਿਹੜੀ ਕੋਈ ਖਾਸ ਸਵਾਰੀ ਹੁੰਦੀ ਹੈ ਅਤੇ ਉਹਨੂੰ ਇੱਕ ਆਰਟੀਕਲ ਦਾ ਰੂਪ ਦਿੰਦਾ ਹਾਂ। ਅਤੇ ਉਹ ਲਿਖਣ ਲਈ ਮੈਨੂੰ ਸਮਾਂ ਜਿਹੜਾ ਉਹ ਇਸ ਤਰ੍ਹਾਂ, ਜਿਸ ਤਰ੍ਹਾਂ ਜਦੋਂ ਸਵਾਰੀ ਨਹੀਂ ਹੁੰਦੀ ਮੈਂ ਕਿਉਂਕਿ ਕਲਮ ਔਰ ਪੈਨ ਮੈਂ ਸਾਰਾ ਕੁਝ ਰਜਿਸਟਰ ਰੱਖਿਆ ਹੁੰਦਾ ਰਿਕਸ਼ੇ ਦੇ ਵਿੱਚ। ਜਦੋਂ
ਵਿਹਲਾ ਸਮਾਂ ਹੁੰਦਾ ਕਿਸੇ ਰੁੱਖ ਦੀ ਛਾਂ ਹੇਠ ਬੈਠ ਕੇ, ਤੇ ਉਹ ਸਾਰਾ ਮੈਂ ਉਹਨਾਂ ਬਾਰੇ ਜਿਹੜਾ ਲਿਖਦਾ। ਤੇ ਉਸ ਆਰਟੀਕਲ ਦਾ ਨਾਂ ਹੁੰਦਾ ਮੇਰੇ ਰਿਕਸ਼ੇ ਤੇ ਬੈਠੀਆਂ ਨਾ ਭੁਲਾਈਆਂ ਜਾ ਸਕਣ ਵਾਲੀਆਂ ਕੁਝ ਸਵਾਰੀਆਂ। ਉਹਦੇ ਨਾਲ ਜਿਹੜੀ ਕਿ ਤੁਸੀਂ ਸੇਵਾ ਵੀ ਕਰਦੇ ਜੇ, ਔਰ ਸੇਵਾ ਜਿਹੜਾ ਹੈਗਾ ਹਰ ਕੋਈ ਨਹੀਂ ਕਰ ਸਕਦਾ, ਤੇ ਫਿਰ ਕਿਸ ਤਰ੍ਹਾਂ ਟਾਈਮ ਕੱਢ ਪਾਉਂਦੇ ਜੇ ਉਹਨਾਂ ਲੋੜਵੰਦ ਵਾਸਤੇ ਵੀ? ਜੀ ਵੇਖੋ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਇਹ ਸੇਵਾ ਵੀ ਉਹ ਗੁਰੂ ਮਹਾਰਾਜ ਦੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ। ਕਿਉਂਕਿ ਮੈਂ ਖੁਦ ਨਹੀਂ ਕਰਦਾ, ਕਿਉਂ ਗੁਰਬਾਣੀ ਦਾ ਵੀ ਫਰਮਾਨ ਹੈ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਕੋਈ ਨਾ ਹੈ। ਵੀ ਤੇਰੇ ਤੋਂ ਬਿਨਾ ਕੋਈ ਨਹੀਂ, ਤੂੰ ਹੀ ਕਰਨ ਵਾਲਾ ਤੇ ਤੂੰ ਹੀ ਕਰਵਾਉਣ ਵਾਲਾ ਹੈ। ਮੇਰੇ ਕੋ ਵੀ ਉਹ ਆਪਣੀ ਕਿਰਪਾ ਮਿਹਰ ਬਖਸ਼ਿਸ਼ ਕਰਕੇ ਆਪ ਹੀ ਸੇਵਾ ਕਰਵਾਉਂਦਾ ਨੇ। ਤੇ ਜਿਹੜੀ ਟਾਈਮ ਕੱਢਣ ਦੀ ਗੱਲ ਹੈ, ਵੇਖੋ ਅਸੀਂ ਆਪਣੇ ਪਰਿਵਾਰ ਲਈ ਸਾਰਾ ਦਿਨ ਧੁੱਪੇ ਛਾਵੇਂ ਬੈਠ ਕੇ, ਜਿਸ ਤਰ੍ਹਾਂ ਤੁਸੀਂ ਵੀ ਆਪਣਾ ਕੰਮ ਕਰਦੇ ਜਾਂ ਆਪਣੇ ਪਰਿਵਾਰ ਵਾਸਤੇ, ਅਸੀਂ ਆਪਣੇ ਵਾਸਤੇ ਤਾਂ ਜੀ ਰਹੇ ਹਾਂ। ਅਸਲ ਦੇ ਵਿੱਚ ਜੀਣਾ ਕੀ ਹੈ? ਦੂਸਰਿਆਂ ਵਾਸਤੇ। ਜਿਹੜਾ ਕੋਈ ਦੁਖੀ ਹੈ, ਬਿਮਾਰ ਹੈ, ਲਾਚਾਰ ਹੈ, ਗਰੀਬ ਹੈ, ਲੋੜਵੰਦ ਹੈ, ਉਹਦੇ ਵਾਸਤੇ ਜੀਣਾ, ਉਹਦੇ ਵਾਸਤੇ ਸਮਾਂ ਕੱਢਣਾ, ਇਹ ਸਾਡਾ ਇਨਸਾਨੀਅਤ ਦਾ ਫਰਜ਼ ਹੈ। ਔਰ ਕੋਸ਼ਿਸ਼ ਕਰੀਦੀ ਕਿ ਫਰਜ਼ ਨਿਭਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ, ਤੇ ਸਮਾਂ ਜਿਹੜਾ ਉਹਨਾਂ ਦੇ ਲੇਖੇ ਜਿਹੜਾ ਲੱਗਦਾ ਹੈ। ਸਮਾਜ ਜਿਹੜਾ ਹੈਗਾ ਜੀ, ਅਸੀਂ ਬਹੁਤ ਸਾਰੀਆਂ ਪਹਿਲੇ ਤੁਹਾਡੀਆਂ ਵੀਡੀਓ ਵੀ ਦੇਖੀਆਂ, ਔਰ ਬੜੇ ਅੱਛੇ ਕਮੈਂਟਸ ਲੋਕਾਂ ਦੇ ਜਿਹੜੇ ਨੇ ਕਿ ਉਹ ਵੀ ਅਸੀਂ ਦੇਖਿਆ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕੁਝ ਇਸ ਤਰ੍ਹਾਂ ਦੇ ਕਮੈਂਟਸ ਵੀ ਹੁੰਦੇ ਆ ਕਿ ਜਿਹੜੇ ਅਸੀਂ ਲੋਕਾਂ ਨੂੰ ਕਹਿ ਨਹੀਂ ਸਕਦੇ ਕੁਝ, ਲੇਕਿਨ ਜਿੰਨੇ ਵੀ ਅਸੀਂ ਤੁਹਾਡੇ ਵੀਡੀਓਜ਼ 'ਤੇ ਕਮੈਂਟਸ ਦੇਖੇ ਸੀ, ਉਹ ਤੁਹਾਡੇ ਇੱਕ ਸਤਿਕਾਰ ਦੇ ਵਿੱਚ ਸੀ, ਸਾਰੇ ਸੀ। ਕਿਸ ਤਰ੍ਹਾਂ ਤੁਸੀਂ ਉਹਨਾਂ ਦਾ ਪਹਿਲੇ ਧੰਨਵਾਦ ਕਰੋਗੇ? ਵੇਖੋ ਜੀ, ਜਿਹੜੇ ਵੀ ਰੱਬ ਰੂਪ ਪਾਠਕ ਨੇ, ਦਰਸ਼ਕ ਨੇ, ਜਿਹੜੇ ਉਹ ਆਪਣੀ ਵੀਡੀਓ ਵੇਖ ਕੇ ਕਮੈਂਟ ਕਰਦੇ ਨੇ, ਇਹ ਉਹਨਾਂ ਦਾ ਆਪਣਾ ਨਜ਼ਰੀਆ ਹੁੰਦਾ ਇੱਕ। ਤੇ ਉਹ ਜਦੋਂ ਆਪਾਂ ਉਹਨਾਂ ਦੇ ਵਿਚਾਰ ਜਿਹੜੇ ਉਹ ਆਪਣੇ ਵਿਚਾਰ ਪ੍ਰਗਟ ਕਰਦੇ ਨੇ, ਆਪਾਂ ਪੜ੍ਹਦੇ ਹਾਂ ਤੇ ਮਨ ਨੂੰ ਹੌਸਲਾ ਹੁੰਦਾ ਹੈ, ਹੋਰ ਅੱਗੇ ਵਧਣ ਦਾ ਇੱਕ ਬਲ ਮਿਲਦਾ ਹੈ, ਹੋਰ ਸੇਵਾ ਕਰਨ ਦਾ ਉਤਸ਼ਾਹ ਪੈਦਾ ਹੁੰਦਾ ਹੈ। ਤੇ ਮੈਂ ਉਹਨਾਂ ਸਾਰੇ ਪਾਠਕਾਂ ਦਾ, ਸਰੋਤਿਆਂ ਦਾ, ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਹੜੇ ਇਸ ਤਰ੍ਹਾਂ ਮੈਨੂੰ ਹੌਸਲਾ ਅਫਜ਼ਾਈ ਕਰਦੇ ਨੇ। ਜਿਸ ਤਰ੍ਹਾਂ ਕਿ ਹੁਣ ਲੋਕਡਾਊਨ ਚੱਲ ਰਿਹਾ, ਤੇ ਲੋਕਡਾਊਨ ਦੇ ਵਿੱਚ ਤੁਹਾਡਾ ਰੁਝਾਨ ਕਿਸ ਤਰ੍ਹਾਂ ਦਾ ਰਿਹਾ? ਕਿਉਂਕਿ ਸਭ ਕੁਝ ਬੰਦ ਸੀ, ਔਰ ਜਿਸ ਤਰ੍ਹਾਂ ਕਿ ਅਸੀਂ ਗੱਲ ਕਰਦੇ ਹਾਂ ਕਿ ਪਰਿਵਾਰ ਨੂੰ ਵੀ ਪਾਲਣਾ ਹੈ, ਬੱਚੇ ਸਕੂਲ ਵੀ ਜਾਂਦੇ ਹੋਣਗੇ, ਤੇ ਕਿਸ ਤਰ੍ਹਾਂ ਸਾਰਾ ਗੁਜ਼ਾਰਾ ਹੁੰਦਾ ਸੀ? ਥੋੜ੍ਹਾ ਜਿਹਾ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਕਿਉਂਕਿ ਲੋਕਡਾਊਨ ਦੇ ਵਿੱਚ ਤੇ ਸਭ ਲੋਕ ਘਰਾਂ ਦੇ ਵਿੱਚ ਬੈਠੇ ਸੀ। ਹਾਂਜੀ, ਵੇਖੋ ਜੀ, ਇਹ ਜਿਹੜਾ ਪੀਰੀਅਡ ਚੱਲਿਆ ਲੋਕਡਾਊਨ ਦਾ, ਇਹਦੇ ਵਿੱਚ ਬਿਲਕੁਲ ਠੀਕ ਹੈ ਕਿ ਕਰਫਿਊ ਲੱਗਾ ਸੀ, ਸਾਰੇ ਲੋਕ ਘਰ ਸੀ, ਸਾਰੇ ਕਾਰੋਬਾਰ ਬੰਦ ਸੀ। ਪਰ ਵੇਖੋ, ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜਿਹੜਾ ਹੈਗਾ ਆ, ਉਹ ਸਭ ਦਾ ਰਖਵਾਲਾ ਆਪ ਆ, ਉਹ ਪਾਲਣਹਾਰ ਆ, ਕਰਤਾਰ ਆ, ਕਰਤਾ। ਉਹਨੇ ਸਾਰਿਆਂ ਦੀ ਰੋਜੀ ਰੋਟੀ ਦਾ ਕਿਤੇ ਨਾ ਕਿਤੇ ਪ੍ਰਬੰਧ ਕੀਤਾ ਹੁੰਦਾ ਹੈ, ਕਿਉਂਕਿ ਉਹ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿੰਦਾ। ਵੇਖੋ, ਇਸ ਦੌਰਾਨ ਮੇਰੇ ਜਿਹੜੇ ਸੰਗੀ ਸਾਥੀ ਸਨ, ਜਿਹੜੇ ਦਸਵੰਧ ਭੇਟਾ ਦਿੰਦੇ ਸੀ ਲੋੜਵੰਦਾਂ ਦੀ ਸੇਵਾ ਕਰਨ ਵਾਸਤੇ, ਉਹਨਾਂ ਨੇ ਬਹੁਤ ਸਾਥ ਦਿੱਤਾ। ਉਹਨਾਂ ਨੇ ਇਹ ਵੀ ਆਖਿਆ ਕਿ ਤੁਸੀਂ ਆਪ ਵੀ ਆਪਣਾ ਘਰ ਚਲਾਓ ਤੇ ਦੂਸਰਿਆਂ ਦਾ ਵੀ ਚਲਾਓ। ਤੇ ਉਹਨਾਂ ਦੇ ਵਿੱਚੋਂ ਅਸੀਂ ਦਸਵੰਧ ਭੇਟਾ 'ਚੋਂ ਜਿਹੜੇ ਸਾਥੀਆਂ ਨੇ ਦਿੱਤਾ ਸੀ, ਉਹਦੇ ਵਿੱਚੋਂ ਮਤਲਬ ਆਪਣਾ ਵੀ ਗੁਜ਼ਾਰਾ ਕੀਤਾ, ਤੇ ਆਪਣੇ ਮੇਰੇ ਕੋਈ ਰਿਕਸ਼ੇ ਵਾਲੇ ਸਾਥੀ ਸਨ ਜਾਂ ਕੋਈ ਹੋਰ ਲੋੜਵੰਦ ਹੈਗੇ ਸੀ, ਉਹਨਾਂ ਦੀ ਵੀ ਮਤਲਬ ਕੋਈ ਕਿਸੇ ਦੀ ਦਵਾਈਆਂ ਦੀ ਤੇ ਕਿਸੇ ਦੀ ਰਾਸ਼ਨ ਦੀ ਸੇਵਾ ਹੋਈ, ਸਾਰਿਆਂ ਦੇ ਸਹਿਯੋਗ ਦੇ ਨਾਲ। ਕੀ ਕੋਈ ਇਸ ਤਰ੍ਹਾਂ ਦੀ ਭੇਟਾ ਵੀ ਤੁਹਾਨੂੰ ਕੋਈ ਦੇ ਜਾਂਦਾ ਕਿ ਜਿਹੜਾ ਬੰਦਾ ਜਾਣਦਾ ਵੀ ਨਾ ਹੋਵੇ, ਤੇ ਉਹ ਜਾਂ ਉਹਨੇ ਤੁਹਾਨੂੰ ਟੀਵੀ 'ਤੇ ਵੇਖਿਆ ਹੋਵੇ ਜਾਂ ਅਖਬਾਰ ਦੇ ਵਿੱਚ ਤੁਹਾਡੇ ਆਰਟੀਕਲ 'ਤੇ ਛਪੇ ਹੋਣ ਜਾਂ ਤੁਹਾਡੀ ਕੋਈ ਫੋਟੋ ਲੱਗੀ ਹੋਵੇ, ਤੇ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਵਾਸਤੇ ਜਦੋਂ ਤੁਹਾਡੇ ਕੋਲ ਲੋਕ ਆਉਂਦੇ ਨੇ? ਹਾਂ, ਕਈ ਵਾਰ ਇਸ ਤਰ੍ਹਾਂ ਹੁੰਦਾ ਵੀਰ ਜੀ ਕਿ ਕਈ ਲੋਕ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਹੁੰਦਾ, ਔਰ ਉਹ ਲੋਕ ਮੇਰੇ ਕੋਲ ਆ ਕੇ ਪਹਿਲੋਂ ਫਤਿਹ ਬੁਲਾਉਂਦੇ ਨੇ, ਫਿਰ ਕਹਿੰਦੇ ਅਸੀਂ ਤੁਹਾਡੀ ਵੀਡੀਓ ਵੇਖੀ ਸੀ ਜਾਂ ਤੁਹਾਡੇ ਲੇਖ ਪੜ੍ਹੇ ਸੀ, ਤੇ ਸਾਨੂੰ ਉਹ ਮਤਲਬ ਗੋਲਕ ਕੱਢੋ, ਅਸੀਂ ਦਸਵੰਧ ਪਾਉਣਾ ਹੈ। ਇਸੇ ਤਰ੍ਹਾਂ ਮੈਂ ਇੱਕ ਜ਼ਿਕਰ ਇੱਥੇ ਕਰਨਾ ਚਾਹਾਂਗਾ ਕਿ ਇੱਕ ਦਿਨ ਮੈਂ ਮਾਲ ਰੋਡ 'ਤੇ ਖੜ੍ਹਾ ਸਾਂ, ਇੱਕ ਪ੍ਰਾਈਵੇਟ ਅੱਖਾਂ ਵਾਲੇ ਹਸਪਤਾਲ ਦੇ ਸਾਹਮਣੇ ਕੋਈ ਸਵਾਰੀ ਦੀ ਉਡੀਕ ਦੇ ਵਿੱਚ। ਉੱਥੇ ਇੱਕ ਕਾਰ ਦੇ ਵਿੱਚ ਸਰਦਾਰ ਜੀ ਆਏ ਤੇ ਉਹਨਾਂ ਮੈਨੂੰ ਆਵਾਜ਼ ਦਿੱਤੀ। ਮੈਂ ਕਿਹਾ ਸ਼ਾਇਦ ਇਹਨਾਂ ਕੋਈ ਰਸਤਾ ਪੁੱਛਣਾ, ਕਿਉਂਕਿ ਅਕਸਰ ਹੀ ਲੋਕ ਰਸਤਾ ਪੁੱਛਦੇ ਨੇ। ਤੇ ਉਹਨਾਂ ਮੈਨੂੰ ਜਦੋਂ ਆਵਾਜ਼ ਦਿੱਤੀ, ਮੈਨੂੰ ਲੱਗ ਗਿਆ, ਮੈਨੂੰ ਕਹਿੰਦੇ ਤੁਸੀਂ ਰਾਜਵੀਰ ਸਿੰਘ ਜੀ ਹੋ? ਮੈਂ ਕਿਹਾ ਹਾਂਜੀ। ਕਹਿੰਦੇ ਅਸੀਂ ਤੁਹਾਡਾ ਬਹੁਤ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ ਤੇ ਚੈਨਲਾਂ 'ਤੇ ਵੀ ਵੇਖਦੇ ਹਾਂ। ਤੇ ਉਹਨਾਂ ਨੇ ਕੁਝ ਪੈਸੇ ਕੱਢ ਕੇ ਦਿੱਤੇ, ਕਹਿੰਦਾ ਤੁਸੀਂ ਦਸਵੰਧ ਭੇਟਾ ਰੱਖ ਲਓ, ਕਿਸੇ ਲੋੜਵੰਦ ਦੀ ਸੇਵਾ ਦੇ ਕੰਮ ਆ ਜਾਣਗੇ। ਤੇ ਉਹ ਮੇਰੇ ਵਾਸਤੇ ਅਣਜਾਣ ਸੀ, ਪਰ ਉਹ ਮੈਨੂੰ ਜਾਣਦੇ ਸੀ, ਮੈਂ ਨਹੀਂ ਸੀ ਉਹਨਾਂ ਨੂੰ ਜਾਣਦਾ। ਇਸ ਤਰ੍ਹਾਂ ਉਹ ਸੇਵਾ ਦੇ ਗਏ। ਹੁਣ ਇੱਥੇ ਇੱਕ ਅਗਲੀ ਗੱਲ ਵੇਖੋ, ਉਸ ਤੋਂ ਥੋੜ੍ਹੇ ਦੇਰ ਬਾਅਦ ਇੱਕ ਫੋਨ ਆਉਂਦਾ ਕਿਸੇ ਲੋੜਵੰਦ ਦਾ। ਉਹ ਇੱਕ ਬੇਟੀ ਸੀ, ਉਹਦੇ ਪਾਪਾ ਦੀਆਂ ਅੱਖਾਂ ਖਰਾਬ ਸਨ,
ਤਾਂ ਉਹਨੇ ਦਵਾਈ ਲੈਣੀ ਸੀ, ਉਹਦੇ ਕੋਲ ਪੈਸੇ ਨਹੀਂ। ਕਹਿੰਦੀ ਅੰਕਲ ਜੀ ਮੈਂ ਦਵਾਈ ਲੈਣ ਆਉਣਾ ਹੈ ਪਰ ਮੇਰੇ ਕੋਲ ਪੈਸੇ ਨਹੀਂ ਹੈ। ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੁਸੀਂ ਆ ਜਾਓ, ਦਵਾਈਆਂ ਆਪਾਂ ਲੈ ਲੈਂਦੇ ਹਾਂ। ਉਹ ਜਿਹੜੇ ਪੈਸੇ ਦੇ ਕੇ ਗਿਆ ਸੀ, ਉਸੇ ਵੇਲੇ ਉਹਨੂੰ ਉਹਦੇ ਪਾਪਾ ਦੀਆਂ ਅੱਖਾਂ ਦੀਆਂ ਖਰਾਬ ਸੀ ਜਿਹੜੀਆਂ, ਉਹਨੂੰ ਦਵਾਈਆਂ ਲੈ ਕੇ ਦਿੱਤੀਆਂ। ਵੇਖੋ ਕਿੱਦਾਂ ਕੁਦਰਤ ਦਾ ਇਹ ਕੀ ਆਪਾਂ ਇਹਨੂੰ ਕਹਿ ਸਕਦੇ ਹਾਂ, ਕਿਉਂਕਿ ਉਹ ਸੇਵਾ ਕਰਨ ਵਾਲਾ ਵੀ ਉਹ ਖੁਦ ਕਰਤਾ ਆਪ ਆ। ਉਹਨੇ ਸੇਵਾ ਲੈਣ ਵਾਲੇ ਵੀ ਭੇਜਤੇ ਤੇ ਸੇਵਾ ਦੇਣ ਵਾਲੇ ਵੀ ਭੇਜਤੇ। ਇਸ ਤਰ੍ਹਾਂ ਵੀ ਹੁੰਦਾ ਅਕਸਰ। ਅਕਸਰ ਅਸੀਂ ਵੇਖਦੇ ਹਾਂ ਕਿ ਮੈਂ ਵੀ ਇਸ ਚੀਜ਼ 'ਤੇ ਬੜਾ ਬਿਲੀਵ ਕਰਦਾ ਕਿ ਜੋ ਕੁਝ ਵੀ ਤੁਸੀਂ ਕਰਦੇ ਜੇ, ਮੈਂ ਕਰਦਾ ਵਾਂ, ਅਸੀਂ ਇੱਕਦਮ ਨਹੀਂ ਕਰਦੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਹਿਲੇ ਲਿਖੀਆਂ ਵੀ ਹੁੰਦੀਆਂ, ਔਰ ਜੋ ਟਾਈਮ ਜਿਹਦੇ ਨਾਲ ਤੁਹਾਡਾ ਸਪੈਂਡ ਕਰਨਾ ਹੈ, ਅਗਰ ਮੈਂ ਅੱਜ ਤੁਹਾਡੇ ਨਾਲ ਖੜਾ ਵਾਂ ਤੇ ਇਹ ਵੀ ਉਸ ਸਤਿਗੁਰ ਦੀ ਮਿਹਰ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਡੇ ਕੋਲ ਆ ਕੇ ਤੁਹਾਡੇ ਘਰ ਵੀ ਆਇਆ, ਸਾਰਾ ਕੁਛ ਹੈ ਨਾ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਮੰਨਣਯੋਗ ਨੇ, ਔਰ ਮੈਂ ਕਹਿੰਦਾ ਕਿ ਹਰ ਇੱਕ ਨੂੰ ਇਹਦੇ 'ਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਵਾ। ਤੇ ਉਹ ਜਦੋਂ ਤੁਸੀਂ ਇਹ ਚੀਜ਼ਾਂ ਕਰਦੇ ਜੇ ਸਾਰੇ ਜੀ, ਔਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਜਦੋਂ ਵੀ ਉਹਨਾਂ ਦਾ ਫੋਨ ਆਇਆ ਤੇ ਹੋ ਗਿਆ ਸਾਰਾ, ਕੀ ਤੁਸੀਂ ਸਮਝਦੇ ਕਿ ਇੱਕ ਜ਼ਰੀਆ ਬਣਦਾ ਹੈ ਜੀ? ਬਿਲਕੁਲ ਬਿਲਕੁਲ। ਵੇਖੋ ਜੀ, ਇੱਕ ਜ਼ਰੀਆ ਕੁਦਰਤ ਵਾਲੇ ਨੇ ਬਣਾਇਆ, ਪ੍ਰਮਾਤਮਾ ਨੇ। ਤੇ ਕਿਉਂਕਿ ਵੇਖੋ ਸੇਵਾ ਦੇਣ ਵਾਲਾ ਵੀ ਕਿਹੜੇ ਟਾਈਮ ਆਇਆ ਔਰ ਸੇਵਾ ਲੈਣ ਵਾਲਾ ਵੀ ਕਿਹੜੇ ਵੇਲੇ ਆ ਗਿਆ। ਇਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੀ ਕਵਾਂਗੇ ਇਹਨੂੰ, ਔਰ ਉਹਦਾ ਸ਼ੁਕਰ ਕਰਦੇ ਕਿ ਉਹ ਸਾਨੂੰ ਵਿੱਚ ਜ਼ਰੀਆ ਬਣਾ ਦਿੰਦਾ ਹੈ। ਜਦੋਂ ਤੁਸੀਂ ਇਹ ਸਾਰੀ ਸੇਵਾ ਕਰਦੇ ਜੇ ਤੇ ਕਿਸ ਤਰ੍ਹਾਂ ਦਾ ਇੱਕ ਮਾਣ ਮਹਿਸੂਸ ਹੁੰਦਾ, ਕਿਸ ਤਰ੍ਹਾਂ ਇੱਕ ਕਹਿੰਦੇ ਕਿ ਦਿਲ ਨੂੰ ਸਕੂਨ ਵੀ ਜਿਹੜਾ ਹੈਗਾ ਮਿਲਦਾ, ਕਿਉਂਕਿ ਗਰੀਬਾਂ ਦੀ, ਲੋੜਵੰਦਾਂ ਦੀ ਜਿਹੜੀ ਸੇਵਾ ਕਰਨਾ ਇਹ ਕਿਸੇ ਦੇ ਭਾਗਾਂ ਦੇ ਵਿੱਚ ਲਿਖੀ ਹੁੰਦੀ ਹੈ। ਵੇਖੋ ਜੀ, ਜਦੋਂ ਦਸਵੰਧ ਭੇਟਾ ਦੇ ਨਾਲ ਕਿਸੇ ਦੀਆਂ ਅੱਖਾਂ ਦਾ ਆਪਰੇਸ਼ਨ ਹੁੰਦਾ ਹੈ, ਕਿਸੇ ਲੋੜਵੰਦ ਦੀ ਉਹ ਜਿਹੜਾ ਰੋਟੀ ਬਣ ਕੇ ਉਹਦੇ ਮੂੰਹ ਵਿੱਚ ਜਾਂਦਾ ਹੈ, ਕਿਸੇ ਬੱਚੇ ਦੀ ਪੜ੍ਹਾਈ ਬਣਦਾ ਉਹ ਦਸਵੰਧ, ਉਹ ਜਿਹੜੀ ਅਸੀਸ ਨਿਕਲਦੀ ਉਹਨਾਂ ਦੇ ਅੰਤਰਾਤਮਾ 'ਚੋਂ, ਉਹਨਾਂ ਦੇ ਮੁੱਖ ਦੇ ਵਿੱਚੋਂ ਅਸੀਸ ਨਿਕਲਦੀ ਹੈ, ਉਹ ਬੜਾ ਸਕੂਨ ਦਿੰਦੇ ਮਨ ਨੂੰ। ਕਿਉਂਕਿ ਇਹ ਜੀਵਨ ਜਿਹੜਾ ਹੈ ਨਾਸ਼ਵਾਨ ਹੈ, ਇੱਕ ਦਿਨ ਹਰੇਕ ਨੇ ਜਾਣਾ ਹੈ। ਤੇ ਆਪਾਂ ਆਪਣੇ ਪਰਿਵਾਰ ਵਾਸਤੇ ਜੀ ਰਹੇ, ਆਪਣੇ ਬੱਚਿਆਂ ਵਾਸਤੇ ਜੀ ਰਹੇ ਹਾਂ, ਪਰ ਅਸਲੀ ਸਕੂਨ ਉਹ ਕਿਉਂਕਿ ਇਹ ਵੀ ਸਾਡਾ ਧਰਮ ਹੈ, ਆਪਣੇ ਗ੍ਰਸਤੀ ਧਰਮ ਨਿਭਾਉਣਾ ਹੈ, ਗ੍ਰਸਤ ਤੋਂ ਭੱਜਣਾ ਨਹੀਂ ਹੈ। ਤਾਂ ਜਦੋਂ ਦੂਸਰੇ ਵਾਸਤੇ ਕੁਝ ਕਰਨਾ ਹੈ ਤੇ ਜਦੋਂ ਉਹ ਇੱਕ ਬੜਾ ਵਧੀਆ ਲੱਗਦਾ, ਬੜਾ ਚੰਗਾ ਲੱਗਦਾ ਹੈ ਜਦੋਂ ਅਸੀਸਾਂ ਮਿਲਦੀਆਂ ਨੇ। ਤੇ ਆਪਣੇ ਲਈ ਜੀਏ ਤੋ ਕਿਆ ਜੀਏ, ਤੋ ਜੀ ਹੈ ਦਿਲ ਜਮਾਨੇ ਕੇ ਲਈ। ਮੈਂ ਤਾਂ ਇਸੇ ਭਾਵਨਾ ਦੇ ਨਾਲ ਚੱਲਦਾ ਰਹਿੰਦਾ ਹਾਂ ਤੇ ਔਰ ਮੈਨੂੰ ਬੜਾ ਹੀ ਚੰਗਾ ਲੱਗਦਾ ਹੈ। ਰਾਜਵੀਰ ਜੀ, ਬਹੁਤ ਸਾਰੀਆਂ ਆਪਾਂ ਗੱਲਾਂ ਕੀਤੀਆਂ ਨੇ, ਲੇਕਿਨ ਜਿਹੜੀ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ, ਔਰ ਇੱਥੇ ਕਹਿੰਦੇ ਕਿ ਕੋਈ ਵੀ ਭੁੱਖਾ ਨਹੀਂ ਸੌਂਦਾ, ਚਾਹੇ ਉਹ ਕਮਾਉਣ ਦੇ ਹੱਕ ਵਿੱਚ ਹੋਵੇ, ਚਾਹੇ ਉਹ ਕਮਾਏ ਨਾ ਵੀ। ਲੇਕਿਨ ਕੋਈ ਇਸ ਤਰ੍ਹਾਂ ਦਾ ਵੀ ਇਨਸੀਡੈਂਟ ਤੁਹਾਡੇ ਨਾਲ ਹੋਇਆ ਹੋਵੇਗਾ ਕਿ ਜਿੱਥੇ ਤੁਹਾਡਾ ਮਨ ਭਰ ਆਇਆ ਹੋਵੇ ਕਿ ਜਦੋਂ ਕਿਸੇ ਲੋੜਵੰਦ ਦੇ ਕੋਲ ਤੁਸੀਂ ਗਏ ਜੇ, ਜਦੋਂ ਪਤਾ ਲੱਗਾ ਕਿ ਉਸ ਨੂੰ ਇਹ ਪ੍ਰੋਬਲਮ ਹੈ ਜਾਂ ਉਹਦਾ ਕੋਈ ਸਹਾਰਾ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਕਿ ਜਿੱਥੇ ਮਨ ਵੀ ਭਰਿਆ ਹੋਵੇ ਤੇ ਉਸ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੋਵੇ ਕਿ ਵਾਹਿਗੁਰੂ ਇਹਦੀ 'ਤੇ ਮਿਹਰ ਕਰ? ਹਾਂਜੀ, ਇਸ ਤਰ੍ਹਾਂ ਦਾ ਕਿ ਮੈਂ ਆਪ ਜੀ ਨਾਲ ਜ਼ਰੂਰ ਸਾਂਝਾ ਕਰਾਂਗਾ ਸਾਰੇ ਦਰਸ਼ਕਾਂ ਨਾਲ ਕਿ ਮੈਂ ਕੁਝ ਸਾਲ ਪਹਿਲਾਂ ਇੱਕ ਫੈਕਟਰੀ ਵਾਲਿਆਂ ਨਾਲ ਕੰਮ ਕਰਦਾ ਸਾਂ। ਉਹਨਾਂ ਦਾ ਸਮਾਨ ਜਿਹੜਾ ਢੋਂਦਾ ਸਾਂ ਰਿਕਸ਼ੇ ਦੇ ਉੱਤੇ, ਬੜੀ ਜਗ੍ਹਾ 'ਤੇ ਖੜਦਾ ਹਾਂ। ਅਤੇ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਦੀਵਾਲੀ ਵਾਲਾ ਦਿਨ ਸੀ, ਤਾਂ ਜਿਸ ਤਰ੍ਹਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਸੀ, ਅਤੇ ਉਹ ਜਿਹੜੇ ਮਾਲਕ ਸੀ ਫੈਕਟਰੀ ਦੇ, ਉਹ ਕਹਿੰਦੇ ਅੱਜ ਤੁਸੀਂ ਸਾਰਾ ਸਮਾਨ ਪਹੁੰਚਾ ਕੇ ਨਾ ਅਤੇ ਆਪਣਾ ਜਲਦੀ ਤੁਹਾਨੂੰ ਛੁੱਟੀ ਦੇ ਦਾਂਗੇ ਅਤੇ ਆਪਣੇ ਸਾਰੇ ਪੈਸੇ ਲੈ ਜਾਣਾ, ਕਿਉਂਕਿ ਕੱਲ੍ਹ ਦੀਵਾਲੀ ਹੈ ਅਤੇ ਕੱਲ੍ਹ ਛੁੱਟੀ ਹੈ ਅਤੇ ਆਪਣੇ ਤੁਸੀਂ ਬੱਚਿਆਂ ਵਾਸਤੇ ਜੋ ਖਰੀਦਣਾ ਖਰੀਦ ਸਕਦੇ ਹੋ ਨਾ। ਤਾਂ ਮੈਂ ਸਾਰਾ ਕੰਮ ਫੇਰੇ ਉਹਨਾਂ ਦੇ ਲਗਾ ਰਿਹਾ ਸਾਂ। ਉਸੇ ਵੇਲੇ ਮੈਨੂੰ ਇੱਕ ਅਚਾਨਕ ਫੋਨ ਆਉਂਦਾ ਕਿਸੇ ਬੜੀ ਦੂਰੋਂ, ਇੱਧਰ ਆਪਣਾ ਜੀਰੇ ਵਾਲੀ ਸਾਈਡ ਤੋਂ। ਉਹ ਇੱਕ ਭੈਣ ਆ, ਉਹ ਰੋ ਰੋ ਕੇ ਦੱਸ ਰਹੀ ਸੀ, ਕਹਿੰਦੀ ਕਿ ਤੁਸੀਂ ਰਾਜਵੀਰ ਸਿੰਘ ਬੋਲਦੇ? ਮੈਂ ਕਿਹਾ ਹਾਂਜੀ। ਕਹਿੰਦੀ ਮੈਨੂੰ ਤੁਹਾਡੇ ਤੋਂ ਵੀਰ ਜੀ ਬੜੀ ਉਮੀਦ ਹੈ, ਮੈਂ ਬੜੀ ਉਮੀਦ ਨਾਲ ਤੁਹਾਨੂੰ ਫੋਨ ਕਰ ਰਹੀ ਹਾਂ ਕਿ ਮੈਂ ਕਿਰਾਏ ਦੇ ਘਰ ਵਿੱਚ ਰਹਿ ਰਹੀ ਹਾਂ, ਮੇਰਾ ਆਦਮੀ ਉਹਦੀ ਲੱਤ ਟੁੱਟੀ ਹੋਈ ਹੈ ਅਤੇ ਮੇਰਾ ਛੋਟਾ ਬੱਚਾ ਹੈ ਇੱਕੋ ਇੱਕ, ਅਤੇ ਉਹ ਬੜੀ ਜਿੱਦ ਕਰ ਰਿਹਾ ਕਿਉਂਕਿ ਦੀਵਾਲੀ ਹੈ ਅਤੇ ਮੈਨੂੰ ਮਠਿਆਈਆਂ ਲੈ ਕੇ ਦਿਓ, ਮੈਂ ਫਲ ਖਾਣੇ ਨੇ ਅਤੇ ਮੈਂ ਪਟਾਕੇ ਵੀ ਚਲਾਉਣੇ ਨੇ, ਉਹ ਮੈਨੂੰ ਕੱਪੜੇ ਵੀ ਨਵੇਂ ਲੈ ਕੇ ਦਿਓ। ਉਹ ਬੜੀ ਜਿੱਦ ਕਰ ਰਿਹਾ, ਪਰ ਸਾਡੀ ਪੋਜੀਸ਼ਨ ਇਹੋ ਜਿਹੀ ਕਿ ਸਾਡੇ ਘਰ ਆਟਾ ਵੀ ਹੈ ਨਹੀਂ ਰੋਟੀ ਖਾਣ ਨੂੰ, ਅਸੀਂ ਸਵੇਰ ਦੀ ਰੋਟੀ ਵੀ ਨਹੀਂ ਖਾਧੀ। ਜਦੋਂ ਉਹਨਾਂ ਇਸ ਤਰ੍ਹਾਂ ਕਿਹਾ ਤਾਂ ਮੇਰਾ ਬੜਾ ਮਨ ਵਿਰਾਗ ਨਾਲ ਭਰ ਆਇਆ ਵੀ। ਅਤੇ ਫਿਰ ਮੈਂ ਕੀ ਕੀਤਾ ਕਿ ਮੈਂ ਸੋਚਿਆ ਕਿ ਕੰਮ ਵੀ ਕਰਨਾ ਹੈ, ਸ਼ਾਮ ਨੂੰ ਘਰ ਵੀ ਜਾਣਾ, ਆਪਣੇ ਬੱਚਿਆਂ ਵਾਸਤੇ ਸਭ ਕੁਝ ਲੈਣਾ ਹੈ। ਪਰ
ਜਦੋਂ ਮੇਰੇ ਉਹ ਫੈਕਟਰੀ ਮਾਲਕਾਂ ਨੇ ਮੈਨੂੰ ਸਮਾਨ ਦੇ ਕੇ ਭੇਜਿਆ ਟਰਾਂਸਪੋਰਟ ਤੇ, ਜਦੋਂ ਟਰਾਂਸਪੋਰਟ ਤੇ ਗਿਆ ਤਾਂ ਫਿਰ ਉਹ ਬੀਬੀ ਦਾ ਫੋਨ ਆਇਆ, ਕਹਿੰਦੀ ਵੀ ਮੈਨੂੰ ਤੁਹਾਡੇ ਤੋਂ ਬੜੀ ਉਮੀਦ ਹੈ, ਤੁਸੀਂ ਜ਼ਰੂਰ ਆਓ ਸਾਡੀ ਹੈਲਪ ਕਰਨ ਵਾਸਤੇ। ਔਰ ਜਦੋਂ ਮੈਂ ਟਰਾਂਸਪੋਰਟ ਤੇ ਗਿਆ, ਸਾਰਾ ਸਮਾਨ ਲਾਇਆ, ਤਾਂ ਮੇਰੇ ਮਾਲਕ ਕਹਿੰਦੇ ਤੂੰ ਜਲਦੀ ਆ ਜੀ, ਦੂਜਾ ਫੇਰਾ ਵੀ ਤਿਆਰ ਆ। ਉੱਥੇ ਗਿਆ ਤਾਂ ਫਿਰ ਮੈਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਕੀਤੀ, ਕਿਉਂਕਿ ਦਰਬਾਰ ਸਾਹਿਬ ਦੇ ਲਾਗੇ ਟਰਾਂਸਪੋਰਟ ਹੈ, ਵੀ ਇਹ ਸੱਚੇ ਪਾਤਸ਼ਾਹ ਤੂੰ ਜਿਹੜੀ ਇਹ ਸੇਵਾ ਲਾਈ ਤੂੰ ਆਪ ਹੀ ਕਰਵਾਉਣੀ ਹੈ, ਤੇ ਹੁਣ ਤੂੰ ਹੀ ਸਭ ਕੁਝ ਕਰਨ ਵਾਲਾ ਹੈ। ਮੈਂ ਉੱਥੇ ਉਹਨਾਂ ਦਾ ਸਮਾਨ ਲਾ ਕੇ ਤੇ ਕਿਸੇ ਪਾਰਕਿੰਗ ਦੇ ਵਿੱਚ ਆਪਣਾ ਰਿਕਸ਼ਾ ਲਾਤਾ, ਜਿਹੜੀ ਗੋਲਕ ਪਈ ਸੀ ਦਸਾਂ ਚੋਂ ਜਿੰਨਾ ਦਸਵੰਧ ਪਿਆ ਸਾਰਾ ਮੈਂ ਲੈ ਕੇ ਤੇ ਬੱਸ ਤੇ ਬੈਠ ਕੇ ਉਹਨਾਂ ਵੱਲ ਚਲੇ ਗਿਆ, ਪਰ ਮਾਲਕਾਂ ਨੂੰ ਨਹੀਂ ਦੱਸਿਆ। ਉਹ ਜਦੋਂ ਮੈਂ ਰਸਤੇ ਜਾ ਰਿਹਾ ਸੀ ਤਾਂ ਮਾਲਕਾਂ ਦਾ ਫੋਨ ਆਇਆ, ਉਹ ਕਹਿੰਦੇ ਕਿ ਰਾਜਵੀਰ ਜੀ ਤੁਸੀਂ ਆਏ ਨਹੀਂ ਅਜੇ, ਸਮਾਨ ਤਿਆਰ ਹੈਗਾ। ਤੇ ਮੈਂ ਉਹਨੂੰ ਦੱਸਿਆ ਕਿ ਮੈਨੂੰ ਬਹੁਤ ਜ਼ਰੂਰੀ ਕੰਮ ਪੈ ਗਿਆ ਤੇ ਮੈਂ ਚਲੇ ਗਿਆ। ਉਹ ਮੈਨੂੰ ਬਹੁਤ ਗੁੱਸੇ ਹੋਏ, ਕਿ ਉਹਨਾਂ ਦਾ ਗੁੱਸਾ ਜਾਇਜ਼ ਵੀ ਸੀ, ਕਿਉਂਕਿ ਉਹਨਾਂ ਦਾ ਕੰਮ ਛੱਡ ਕੇ ਮੈਂ ਆ ਗਿਆ, ਪਰ ਉਹ ਵੀ ਕੰਮ ਬੜਾ ਜ਼ਰੂਰੀ ਸੀ। ਤੇ ਮੈਂ ਉਹਨਾਂ ਦੇ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣ ਲਈਆਂ। ਮੈਂ ਕਿਹਾ ਕੋਈ ਗੱਲ ਨਹੀਂ। ਚਲੋ ਜਦੋਂ ਮੈਂ ਉੱਥੇ ਪਹੁੰਚਿਆ, ਉਸ ਬੀਬੀ ਨੂੰ ਮੈਂ ਫ਼ੋਨ ਕੀਤਾ ਕਿ ਮੈਂ ਬੱਸ ਅੱਡੇ ਆ ਗਿਆ। ਉਹ ਅੱਗੋਂ ਆਈ ਔਰ ਉਹ ਰੋਂਦੇ ਰੋਂਦੇ ਕਹਿੰਦੀ ਕਿ ਮੈਨੂੰ ਬੜਾ ਵਿਸ਼ਵਾਸ ਸੀ ਤੁਹਾਡੇ ਤੇ, ਰੱਬ ਵਰਗਾ, ਕਿ ਤੁਸੀਂ ਜ਼ਰੂਰ ਆਓਗੇ ਮੇਰੀ ਮਦਦ ਕਰਨ ਵਾਸਤੇ। ਫਿਰ ਮੈਂ ਉੱਥੋਂ ਬਾਜ਼ਾਰ ਦੇ ਵਿੱਚੋਂ ਕੋਈ ਬੱਚੇ ਵਾਸਤੇ ਮਠਿਆਈਆਂ ਖਰੀਦੀਆਂ, ਕੋਈ ਫਲ ਖਰੀਦੇ, ਤਾਂ ਕੁਛ ਉਹਨਾਂ ਦੇ ਘਰ ਦਾ ਰਾਸ਼ਨ ਜਿਹੜਾ ਹੈਗਾ ਸੀ, ਜਿਸ ਤਰ੍ਹਾਂ ਉਹਨੇ ਕਿਹਾ ਸੀ ਕਿ ਸਾਡੇ ਘਰ ਰੋਟੀ ਵੀ ਨਹੀਂ ਪੱਕੀ ਆ, ਆਟਾ ਹੈ ਨਹੀਂ ਆ, ਉਹ ਸਾਰਾ ਲੈ ਕੇ ਤੇ ਮਤਲਬ ਉਹਨਾਂ ਨੂੰ ਦੇ ਆਇਆ। ਔਰ ਜਿਹੜੇ ਥੋੜ੍ਹੇ ਬਹੁਤੇ ਮੇਰੇ ਕੋਲ ਪੈਸੇ ਹੈਗੇ ਸੀ, ਉਹ ਉਹਨਾਂ ਦਾ ਵੀ ਉਹਨਾਂ ਨੂੰ ਸਮਾਨ ਲੈ ਦਿੱਤਾ, ਕਿਰਾਏ ਜੋ ਕਿ ਮੈਂ ਆਪਣੇ ਕੋਲ ਰੱਖ ਲਏ। ਔਰ ਸ਼ਾਮ ਨੂੰ ਜਦੋਂ ਮੈਂ ਆਪਣੇ ਘਰ ਆਇਆ ਤਾਂ ਜਿਹੜੀ ਮੇਰੀ ਘਰ ਵਾਲੀ ਸੀ, ਉਹ ਕਹਿੰਦੀ ਕਿ ਮਤਲਬ ਅੱਜ ਤਾਂ ਵਾਧੂ ਦਿਹਾੜੀ ਬਣੀ ਹੋਣੀ ਤੁਹਾਡੀ। ਪਰ ਮੈਂ ਉਹਨੂੰ ਆਖਿਆ ਕਿ ਮੈਂ ਉਹਨੂੰ ਦੱਸ ਵੀ ਨਹੀਂ ਸੀ ਸਕਦਾ ਕਿ ਅੱਜ ਦਿਹਾੜੀ ਬਣੀ ਉਹਦੇ ਵਰਗੀ ਦਿਹਾੜੀ ਤਾਂ ਕਦੀ ਬਣਦੀ ਨਹੀਂ ਹੈ। ਤੇ ਔਰ ਬੱਚੇ ਵੀ ਸੁੱਤੇ ਹੋਏ ਸੀ ਮੇਰੇ, ਆਉਂਦੇ ਨੂੰ ਡੀਕ ਡੂਕ ਕੇ ਸੌਂ ਗਏ, ਹਨੇਰਾ ਹੋ ਗਿਆ ਸੀ। ਤਾਂ ਜਦੋਂ ਮੈਂ ਆਪਣੇ ਬੱਚਿਆਂ ਵੱਲ ਵੇਖਿਆ ਤਾਂ ਮੇਰੇ ਘਰ ਵਾਲੀ ਕਹਿੰਦੀ ਕਿ ਤੁਹਾਨੂੰ ਡੀਕ ਕੇ ਸੌਂ ਗਏ ਨੇ, ਕਿ ਉਹਨਾਂ ਨੇ ਜਾਣਾ ਹੈ ਸਮਾਨ ਲੈਣ। ਪਰ ਫਿਰ ਮੈਂ ਆਪਣੇ ਬੱਚਿਆਂ ਨੂੰ ਸੁੱਤੇ ਹੋਇਆਂ ਨੂੰ ਆਪਣੇ ਜਿਹੜੇ ਮਨ ਦੇ ਜਿਹੜੀ ਭਾਵ ਸੀ ਉਹ ਪ੍ਰਗਟ ਕੀਤੇ ਕਿ ਬੇਟਾ ਤੁਹਾਡਾ ਪਾਪਾ ਤਾਂ ਠੀਕ ਠਾਕ ਹੈ, ਤੁਹਾਨੂੰ ਕੱਲ੍ਹ ਵੀ ਕਮਾ ਕੇ ਲਿਆ ਦੇਗਾ, ਪਰ ਉਸ ਬੱਚੇ ਦਾ ਜਿਹੜਾ ਪਾਪਾ ਸੀ ਉਹ ਕਮਾਉਣ ਜੋਗਾ ਵੀ ਨਹੀਂ ਹੈ। ਉਹ ਜਿਹੜੀ ਚੀਜ਼ ਸੀ ਨਾ, ਪਤਾ ਨਹੀਂ ਪ੍ਰਮਾਤਮਾ ਨੇ ਕਿਸ ਤਰ੍ਹਾਂ ਕਰ ਲਈ, ਉਹ ਜਿਹੜਾ ਮੇਰੀ ਜ਼ਿੰਦਗੀ ਦਾ ਜਿਹੜਾ ਹੈਗਾ ਨਾ, ਉਹ ਕਦੀ ਨਹੀਂ ਭੁੱਲਦਾ। ਇਹ ਜਿਹੜਾ ਵਾਕਿਆ ਹੋਇਆ ਸੀ ਉਸ ਵੇਲੇ। ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਤੁਸੀਂ ਕਰ ਰਹੇ ਜੇ ਉਹ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਔਰ ਕੀ ਉਹਨਾਂ ਖਾਸ ਕਰਕੇ ਜਿਹੜੇ ਅੱਜ ਸਾਡੇ ਨੌਜਵਾਨ ਨੇ, ਜਿਹੜੇ ਕੁਛ ਅਸੀਂ ਕਹਿ ਸਕਦੇ ਹਾਂ ਕਿ ਸਿੱਖੀ ਤੋਂ ਵੀ ਦੂਰ ਜਾ ਰਹੇ ਨੇ, ਜਾਂ ਨਸ਼ਿਆਂ ਦੇ ਵਿੱਚ ਲੱਗੇ ਨੇ, ਜਾਂ ਆਪਣੇ ਮਾਂ-ਬਾਪ ਦਾ ਸਤਿਕਾਰ ਨਹੀਂ ਕਰਦੇ, ਕਿਉਂਕਿ ਤੁਸੀਂ ਬਿਨਾਂ ਕਿਸੇ ਰਿਸ਼ਤੇਦਾਰੀ ਤੋਂ, ਬਿਨਾਂ ਕਿਸੇ ਫਾਇਦੇ ਤੋਂ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਜੇ। ਵੇਖੋ ਜੀ, ਅੱਜ ਕੱਲ੍ਹ ਦਾ ਨੌਜਵਾਨ ਨੂੰ ਆਪਾਂ ਕੀ ਕਹਾਂਗੇ। ਵੇਖੋ, ਸਭ ਤੋਂ ਪਹਿਲਾਂ ਜਿਹੜੀ ਸੇਵਾ ਹੁੰਦੀ ਆਪਣੇ ਘਰ ਤੋਂ ਹੁੰਦੀ, ਆਪਣੇ ਮਾਂ-ਬਾਪ ਤੋਂ ਹੁੰਦੀ, ਆਪਣੇ ਭੈਣ ਭਰਾਵਾਂ ਤੋਂ ਹੁੰਦੀ, ਸਮਾਜ ਦੇ ਵਿੱਚ ਤਾਂ ਫੇਰ ਹੀ ਆਪਾਂ ਜਾਂਦੇ ਨਾ। ਸਭ ਤੋਂ ਪਹਿਲਾਂ ਆਪਣੇ ਮਾਂ-ਬਾਪ ਆ, ਉਹਨਾਂ ਦਾ ਆਦਰ, ਕਿਉਂਕਿ ਮਾਂ ਪਿਓ ਦੀ ਅਗਰ ਸੇਵਾ ਨਹੀਂ ਕਰਾਂਗੇ ਤਾਂ ਸਾਡੀ ਸੇਵਾ ਬਾਹਰਲੀ ਜਿਹੜੀ ਉਹ ਬਿਰਥੀ ਆ। ਸਭ ਤੋਂ ਪਹਿਲਾਂ ਸਤਿਕਾਰ ਸਾਡਾ ਮਾਪਿਆਂ ਦਾ, ਅਤੇ ਉਹ ਸਾਨੂੰ ਆਪਾਂ ਕਰਦੇ ਹਾਂ ਔਰ ਕਰਨਾ ਵੀ ਚਾਹੀਦਾ ਹੈ। ਜਿਹੜੀ ਨਸ਼ਿਆਂ ਦੀ ਗੱਲ ਆ, ਉਹ ਨਸ਼ੇ ਆਪਾਂ ਨੂੰ ਸਾਡਾ ਨੁਕਸਾਨ ਹੀ ਕਰਦੇ, ਸਾਡੇ ਜਾਨੀ ਨੁਕਸਾਨ ਕਰਦੇ, ਸਾਡਾ ਮਾਲੀ ਆਰਥਿਕ ਨੁਕਸਾਨ ਕਰਦੇ ਨੇ, ਸਾਡੇ ਸਮਾਜ ਦਾ ਨੁਕਸਾਨ ਕਰਦੇ ਨੇ, ਅਤੇ ਉਹਨਾਂ ਤੋਂ ਵੀ ਆਪਾਂ ਬਚੀਏ। ਅਤੇ ਦੂਸਰੀ, ਆਪਾਂ ਜਿਹੜੀ ਇਹ ਸੇਵਾ ਆ ਇਨਸਾਨੀਅਤ ਦੀ, ਉਹ ਹਮੇਸ਼ਾ ਚਲੋ ਕਿਸੇ ਨਾ ਕਿਸੇ ਦੇ ਕੰਮ ਆਉਂਦੇ ਰਹੀਏ। ਅਤੇ ਜਿਹੜੀ ਸਿੱਖੀ ਦੀ ਗੱਲ ਆ, ਸਿੱਖੀ ਵੇਖੋ ਇਹਦੇ ਵਰਗਾ ਕੋਈ ਦਰ ਘਰ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਜੀ ਵਰਗਾ। ਇਸ ਦਰ ਤੋਂ ਸਭ ਕੁਝ ਮਿਲਦਾ ਹੈ, ਅਤੇ ਇਹਦੇ ਨਾਲ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸਿੱਖੀ ਦੇ ਨਾਲ ਜੁੜ ਕੇ ਰਹੀਏ, ਅਤੇ ਹਮੇਸ਼ਾ ਹੀ ਗੁਰਬਾਣੀ ਗੁਰੂ ਦੇ ਨਾਲ ਜੁੜੀਏ, ਅਤੇ ਅਕਾਲ ਪੁਰਖ ਦਾ ਹਰ ਵੇਲੇ ਸ਼ੁਕਰਾਨਾ ਕਰੀਏ, ਅਤੇ ਉਹਦੇ ਉਪਦੇਸ਼ਾਂ ਨੂੰ ਕਮਾਉਣ ਦਾ ਯਤਨ ਕਰੀਏ। ਬਹੁਤ ਬਹੁਤ ਰਾਜਵੀਰ ਜੀ, ਤੁਹਾਡਾ ਧੰਨਵਾਦ, ਔਰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਇਹ ਸਨ ਰਾਜਵੀਰ ਜੀ, ਔਰ ਜਿਨ੍ਹਾਂ ਨੇ ਦੱਸਿਆ ਕਿ ਹਮੇਸ਼ਾ ਜਿਹੜੀ ਤੁਸੀਂ ਹੈਗੀ ਹੈ ਆਪਣੇ ਪਰਿਵਾਰ ਨੂੰ ਦੀ ਸੇਵਾ ਦੇ ਵਿੱਚ ਵੀ ਲਗਾਤਾਰ ਲੱਗੇ ਰਹਿਣਾ, ਔਰ ਨਾਲ ਹੀ ਆਪਣੇ ਮਾਤਾ ਪਿਤਾ ਦੀ ਜਿਹੜੀ ਹੈਗੀ ਹੈ ਸੇਵਾ ਕਰਨੀ ਹੈ, ਔਰ ਆਦਰ ਸਨਮਾਨ ਜਿਹੜਾ ਹੈਗਾ ਲੋਕਾਂ ਦਾ ਬੜਾ ਜ਼ਰੂਰੀ ਹੈ।
ਔਰ ਲੋੜਵੰਦ ਦੀ ਜਿਹੜੀ ਸੇਵਾ ਕਰਨੀ ਉਹ ਜਿਹੜੀ ਹੈਗੀ ਹੈ ਉਹ ਸਭ ਤੋਂ ਵੱਡੀ ਸੇਵਾ ਹੈਗੀ ਹੈ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ, ਅੰਮ੍ਰਿਤਸਰ।